ऐ बनी इसराइल, मेरे उस इनाम नूं याद करो जिहड़ा मैं तुहानूं दिता, ते मेरे नाल कीते गए वादे नूं तोड़ निभाओ। मैं भी तुहाडे नाल कीते वादे नूं तोड़ निभावांगा, ते मैथों ही डरो। ते उस किताब ते ईमान लियाओ जिहड़ी मैं लाई है, उस किताब नूं सच्चा दसण लई जिहड़ी तुहाडे कोल मौजूद है, ते इहदे सब तो पहला इनकार करन वाले न बणो। ते मेरियां आयतां दे बदले थोड़ा मुल ना लवो, ते मैथों ही डरो। ते सच नूं झूठ दे नाल ना रलाओ, ते जाणदियां होयां भी सच नूं ना लुकाओ। ते नमाज ते पक्के हो जाओ, ते ज़कात दिया करो, ते रकू करन वालियां दे नाल रकू करया करो। ਕੀ ਤੁਸੀਂ ਲੋਕਾਂ ਨੂੰ ਚੰਗੀਆਂ ਗੱਲਾਂ ਦਾ ਹੁਕਮ ਦਿੰਦੇ ਹੋ ਤੇ ਆਪਣਾ ਆਪ ਯਾਦ ਨਹੀਂ ਰਹਿੰਦਾ? ਹਾਲਾਂ ਤੁਸੀਂ ਰੱਬ ਦੀ ਕਿਤਾਬ ਪੜ੍ਹਦੇ ਹੋ, ਕੀ ਤੁਹਾਨੂੰ ਹੋਸ਼ ਨਹੀਂ? ਤੇ ਮਦਦ ਲਓ ਸਬਰ ਤੇ ਨਮਾਜ਼ ਵੱਲੋਂ, ਤੇ ਇਹ ਨਮਾਜ਼ ਬਹੁਤ ਭਾਰੀ ਹੁੰਦੀ ਏ ਸਿਵਾ ਉਹਨਾਂ ਲੋਕਾਂ ਦੇ ਜਿਹੜੇ ਰੱਬ ਤੋਂ ਡਰਦੇ ਨੇ, ਜਿਹੜੇ ਭਰੋਸਾ ਰੱਖਦੇ ਨੇ ਕਿ ਉਹ ਆਪਣੇ ਰੱਬ ਨੂੰ ਮਿਲਣ ਵਾਲੇ ਨੇ ਤੇ ਆਉਂਦੇ ਵਾਲੀ ਪਰਤ ਕੇ ਜਾਣਾ ਹੈ। ਐ ਬਨੀ ਇਸਰਾਈਲ, ਮੇਰੇ ਉਸ ਇਨਾਮ ਨੂੰ ਯਾਦ ਕਰੋ ਜਿਹੜਾ ਮੈਂ ਤੁਹਾਨੂੰ ਦਿੱਤਾ। ਹੋਰ ਹੈ ਕਿ ਮੈਂ ਤੁਹਾਨੂੰ ਸਾਰੇ ਜਹਾਨ ਵਾਲਿਆਂ ਦੇ ਉੱਤੇ ਵਡਿਆਈ ਦਿੱਤੀ। ਤੇ ਉਸ ਦਿਹਾੜੇ ਤੋਂ ਡਰੋ ਜਦੋਂ ਕੋਈ ਕਿਸੇ ਦੇ ਕੰਮ ਨਾ ਆਵੇਗਾ, ਤੇ ਨਾ ਹੀ ਕਿਸੇ ਵੱਲੋਂ ਸਿਫਾਰਿਸ਼ ਮੰਨੀ ਜਾਵੇਗੀ, ਤੇ ਨਾ ਹੀ ਕੋਈ ਮੁੱਲ ਲਿਆ ਜਾਵੇਗਾ, ਤੇ ਨਾ ਹੀ ਉਹਨਾਂ ਦੀ ਮਦਦ ਕੀਤੀ ਜਾਵੇਗੀ। ਤੇ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਫਿਰੌਨ ਦੀ ਔਲਾਦ ਤੋਂ ਛੁਡਾਇਆ, ਜਿਹੜੇ ਤੁਹਾਨੂੰ ਡਾਢੀ ਸਜ਼ਾ ਦਿੰਦੇ ਸਨ, ਤੁਹਾਡੇ ਪੁੱਤਰਾਂ ਨੂੰ ਹਲਾਲ ਕਰਦੇ ਸਨ, ਤੇ ਤੁਹਾਡੀਆਂ ਬੁੱਢੀਆਂ ਨੂੰ ਜ਼ਿੰਦਾ ਛੱਡ ਦਿੰਦੇ ਸਨ, ਤੇ ਇਹਦੇ ਵਿੱਚ ਤੁਹਾਡੇ ਰੱਬ ਵੱਲੋਂ ਬੜਾ ਇਮਤਿਹਾਨ ਸੀ। ਤੇ ਯਾਦ ਕਰੋ ਜਦੋਂ ਅਸੀਂ ਤੁਹਾਡੇ ਲਈ ਦਰਿਆ ਨੂੰ ਪਾੜਿਆ, ਤੁਹਾਨੂੰ ਬਚਾ ਲਿਆ, ਤੇ ਫਿਰੌਨ ਦੀ ਔਲਾਦ ਨੂੰ ਤੁਹਾਡੇ ਵੇਖਦਿਆਂ ਵੇਖਦਿਆਂ ਗਰਕ ਕਰ ਦਿੱਤਾ। ਤੇ ਜਦੋਂ ਅਸੀਂ ਮੂਸਾ ਕੋਲੋਂ 40 ਰਾਤਾਂ ਦਾ ਵਾਅਦਾ ਲਿਆ, ਤੇ ਫਿਰ ਤੁਸੀਂ ਉਹਦੇ ਮਗਰ ਵੱਛੇ ਦੀ ਇਬਾਦਤ ਕਰਨ ਲੱਗ ਪਏ। ਤੁਸੀਂ ਆਪਣੇ ਹੱਕ 'ਚ ਡਾਢੇ ਜ਼ਾਲਿਮ ਸੋ। ਫਿਰ ਇਸ ਤੋਂ ਬਾਅਦ ਵੀ ਅਸੀਂ ਤੁਹਾਨੂੰ ਮਾਫ ਕਰ ਦਿੱਤਾ ਕਿ ਸ਼ਾਇਦ ਤੁਸੀਂ ਸ਼ੁਕਰ ਕਰਨ ਵਾਲੇ ਬਣ ਜਾਓ। ਤੇ ਜਦੋਂ ਅਸੀਂ ਮੂਸਾ ਨੂੰ ਕਿਤਾਬ ਤੇ ਸੱਚ ਝੂਠ ਦਾ ਫੈਸਲਾ ਕਰਨ ਵਾਲੀ ਸ਼ੈ ਦਿੱਤੀ ਕਿ ਤੁਸੀਂ ਹਿਦਾਇਤ ਫੜੋ। ਤੇ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਐ ਮੇਰੀ ਕੌਮ ਦੇ ਲੋਕੋ, ਤੁਸੀਂ ਵੱਛੇ ਦੀ ਇਬਾਦਤ ਕਰਕੇ ਆਪਣੇ ਆਪ ਤੇ ਡਾਢਾ ਜ਼ੁਲਮ ਕੀਤਾ ਹੈ। ਬਸ ਤੁਸੀਂ ਆਪਣੇ ਪੈਦਾ ਕਰਨ ਵਾਲੇ ਦੇ ਹਜ਼ੂਰ ਤੌਬਾ ਕਰੋ ਤੇ ਇੱਕ ਦੂਜੇ ਨੂੰ ਕਤਲ ਕਰੋ। ਇਹ ਤੁਹਾਡੇ ਪੈਦਾ ਕਰਨ ਵਾਲੇ ਦੇ ਨੇੜੇ ਤੁਹਾਡੇ ਲਈ ਚੰਗਾ ਹੈ। ਬਸ ਰੱਬ ਨੇ ਤੁਹਾਡੀ ਤੌਬਾ ਨੂੰ ਮਨਜ਼ੂਰ ਕਰ ਲਿਆ। ਬਿਲਾ ਸ਼ੱਕ ਉਹੀ ਤੌਬਾ ਮਨਜ਼ੂਰ ਕਰਨ ਵਾਲਾ ਤੇ ਬੜਾ ਹੀ ਮਿਹਰਬਾਨ ਹੈ। ਤੇ ਜਦੋਂ ਤੁਸੀਂ ਮੂਸਾ ਨੂੰ ਆਖਿਆ ਕਿ ਅਸੀਂ ਤੁਹਾਡੇ ਤੇ ਕਦੇ ਵੀ ਈਮਾਨ ਨਹੀਂ ਲਿਆਵਾਂਗੇ ਜਦੋਂ ਤਿਕਰ ਰੱਬ ਨੂੰ ਆਪਣੇ ਸਾਹਮਣੇ ਨਾ ਵੇਖ ਲਈਏ, ਬਸ ਵੇਖਦਿਆਂ ਵੇਖਦਿਆਂ ਡਾਢੀ ਆਵਾਜ਼ ਤੇ ਲਿਸ਼ਕਾਰੇ ਵਾਲੀ ਅੱਗ ਨੇ ਤੁਹਾਨੂੰ ਫੜ ਲਿਆ। ਫਿਰ ਅਸੀਂ ਤੁਹਾਨੂੰ ਮਰਨ ਤੋਂ ਬਾਅਦ ਜਿੰਦਾ ਕੀਤਾ ਤਾਂ ਕਿ ਤੁਸੀਂ ਸ਼ੁਕਰ ਕਰਨ ਵਾਲੇ ਬਣ ਜਾਓ। ਤੇ ਅਸੀਂ ਤੁਹਾਡੇ ਉੱਤੇ ਬਦਲਾਂ ਦੀ ਛਾਂ ਕੀਤੀ ਤੇ ਤੁਹਾਡੇ ਲਈ ਮੰਨੋ ਸਲਵਾ ਲਾਇਆ ਤੇ ਇਜਾਜ਼ਤ ਦਿੱਤੀ ਕਿ ਅਸੀਂ ਜਿਹੜੀਆਂ ਨਿਯਮਤਾਂ ਤੁਹਾਨੂੰ ਦਿੱਤੀਆਂ ਨੇ ਉਹਨਾਂ ਨੂੰ ਖਾਓ। ਤੇ ਉਹਨਾਂ ਨੇ ਸਾਡੇ ਤੇ ਜ਼ੁਲਮ ਨਹੀਂ ਕੀਤਾ, ਬਲਕਿ ਉਹ ਆਪਣੇ ਆਪ ਤੇ ਜ਼ੁਲਮ ਕਰ ਰਹੇ ਸਨ। ਤੇ ਜਦੋਂ ਅਸੀਂ ਆਖਿਆ ਕਿ ਐਸ ਆਬਾਦੀ ਵਿੱਚ ਚਲੇ ਜਾਓ ਤੇ ਇਹਦੇ ਜਿੰਨਾ ਚਾਹੋ ਤੇ ਜਿੱਥੋਂ ਚਾਹੋ ਖਾਓ, ਤੇ ਬੂਹੇ ਵਿੱਚੋਂ ਸਜਦਾ ਕਰਦਿਆਂ ਲੰਘੋ ਤੇ ਹਿੱਤਤੁਨ ਕਹਿੰਦੇ ਜਾਓ, ਯਾਨੀ ਸਾਡੀ ਮਾਫੀ ਹੋਵੇ, ਅਸੀਂ ਤੁਹਾਡੀਆਂ ਗਲਤੀਆਂ ਮਾਫ ਕਰ ਦਿਆਂਗੇ ਤੇ ਨੇਕ ਲੋਕਾਂ ਨੂੰ ਅਸੀਂ ਬਹੁਤਾ ਦੇਾਂਗੇ। ਫਿਰ ਜ਼ਾਲਮਾਂ ਨੇ ਉਸ ਗੱਲ ਦੀ ਥਾਂ ਜਿਹੜੀ ਉਹਨਾਂ ਨੂੰ ਆਖੀ ਗਈ ਸੀ ਇੱਕ ਦੂਜੀ ਗੱਲ ਨਾਲ ਬਦਲ ਦਿੱਤਾ, ਤੇ ਅਸੀਂ ਜ਼ਾਲਮਾਂ ਤੇ ਇਹਨਾਂ ਦੇ ਭੈੜੇ ਕੰਮਾਂ ਬਾਰੇ ਅਸਮਾਨ ਤੋਂ ਇੱਕ ਅਜ਼ਾਬ ਲਾਇਆ। ਤੇ ਜਦੋਂ ਮੂਸਾ ਨੇ ਆਪਣੀ ਕੌਮ ਲਈ ਪਾਣੀ ਮੰਗਿਆ ਤੇ ਅਸੀਂ ਆਖਿਆ ਕਿ ਤੁਸੀਂ ਆਪਣੀ ਡਾਂਗ ਨੂੰ ਪੱਥਰ ਤੇ ਮਾਰੋ ਤੇ ਇਹਦੇ ਨਾਲ 12 ਚਸ਼ਮੇ ਉਬਲ ਪਏ। ਹਰ ਜੱਥੇ ਨੇ ਆਪਣੀ ਪਾਣੀ ਵਾਲੀ ਥਾਂ ਨੂੰ ਪਛਾਣ ਲਿਆ। ਅਸੀਂ ਆਖਿਆ ਕਿ ਰੱਬ ਦੀ ਦਿੱਤੀ ਹੋਈ ਰੋਜ਼ੀ ਵਿੱਚੋਂ ਖਾਓ ਤੇ ਪੀਓ ਤੇ ਜ਼ਮੀਨ ਦੇ ਉੱਤੇ ਝਗੜਾ ਨਾ ਕਰੋ। ਤੇ ਜਦੋਂ ਤੁਸੀਂ ਆਖਿਆ ਕਿ ਐ ਮੂਸਾ, ਅਸੀਂ ਇੱਕੋ ਜਿਹੀ ਰੋਟੀ ਤੇ ਗੁਜ਼ਾਰਾ ਨਹੀਂ ਕਰਾਂਗੇ, ਇਸ ਲਈ ਆਪਣੇ ਰੱਬ ਤੋਂ ਦੁਆ ਕਰੋ ਕਿ ਉਹ ਸਾਡੇ ਲਈ ਉਹ ਸ਼ੈਵਾਂ ਪੈਦਾ ਕਰੇ ਜਿਹੜੀਆਂ ਜ਼ਮੀਨ ਤੋਂ ਉਗਦੀਆਂ ਨੇ, ਯਾਨੀ ਸਾਗ, ਕਕੜੀ, ਕਣਕ, ਮਸਰ ਤੇ ਗੰਡੇ। ਮੂਸਾ ਨੇ ਆਖਿਆ ਕਿ ਤੁਸੀਂ ਵਧੀਆ ਸ਼ੈ ਦੀ ਥਾਂ ਪੈੜੀ ਸ਼ੈ ਲੈਣਾ ਚਾਹੁੰਦੇ ਹੋ, ਕਿਸੇ ਸ਼ਹਿਰ 'ਚ ਤੁਰ ਜਾਓ, ਜੋ ਮੰਗ ਰਹੇ ਹੋ ਉਹ ਮਿਲ ਜਾਵੇਗਾ। ਉਹਨਾਂ ਤੇ ਖੁਆਰੀ ਤੇ ਮੁਤਾਜੀ ਲਾ ਦਿੱਤੀ ਗਈ ਤੇ ਰੱਬ ਦੇ ਗੁੱਸੇ ਦੇ ਹੱਕਦਾਰ ਹੋਏ, ਇਸ ਕਰਕੇ ਕਿ ਉਹ ਲੋਕੀ ਰੱਬ ਦੀਆਂ ਨਿਸ਼ਾਨੀਆਂ ਨੂੰ ਹਮੇਸ਼ਾ ਝੂਠਾ ਕਹਿੰਦੇ ਸਨ ਤੇ ਨਬੀਆਂ ਨੂੰ ਸਜਦੇ ਬਗੈਰ ਕਤਲ ਕਰਦੇ ਰਹੇ ਨੇ, ਇਸ ਲਈ ਕਿ ਉਹ ਰੱਬ ਦਾ ਹੁਕਮ ਨਹੀਂ ਸੀ ਮੰਨਦੇ ਤੇ ਆਪਣੀ ਹੱਦ ਤੋਂ ਵੱਧ ਜਾਂਦੇ ਸਨ। ਬਿਲਾ ਸ਼ੱਕ ਜਿਹੜੇ ਲੋਕੀ ਈਮਾਨ ਲਿਆਏ ਤੇ ਜਿਹੜੇ ਯਹੂਦੀ ਹੋ ਗਏ
ਤੇ ਨਸਾਰਾ ਬਗੈਰ ਦੀਨ ਵਾਲੇ ਲੋਕੀ। ਇਹਨਾਂ ਵਿੱਚੋਂ ਜਿਹੜੇ ਲੋਕੀ ਰੱਬ ਤੇ ਕਿਆਮਤ ਤੇ ਈਮਾਨ ਲਿਆਣਗੇ ਤੇ ਚੰਗੇ ਕੰਮ ਕਰਨਗੇ, ਉਹਨਾਂ ਨੂੰ ਉਹਨਾਂ ਦੇ ਰੱਬ ਕੋਲੋਂ ਸਿਲਾ ਮਿਲੇਗਾ ਤੇ ਉਹਨਾਂ ਨੂੰ ਨਾ ਤੇ ਕੋਈ ਡਰ ਹੋਵੇਗਾ ਤੇ ਨਾ ਹੀ ਕੋਈ ਦੁੱਖ। ਤੇ ਜਦੋਂ ਅਸੀਂ ਤੁਹਾਡੇ ਕੋਲੋਂ ਵਾਅਦਾ ਲਿਆ ਤੇ ਤੂਰ ਪਹਾੜ ਨੂੰ ਤੁਹਾਡੇ ਉੱਤੇ ਕੀਤਾ ਤੇ ਆਖਿਆ ਕਿ ਅਸੀਂ ਤੁਹਾਨੂੰ ਜੋ ਦਿੱਤਾ ਹੈ ਉਹਨੂੰ ਪੱਕੀ ਤਰ੍ਹਾਂ ਫੜ ਲਓ ਤੇ ਇਹਦੇ ਵਿੱਚ ਜੋ ਕੁਝ ਹੈ ਉਹਨੂੰ ਯਾਦ ਕਰੋ ਤਾਂ ਕਿ ਰੱਬ ਤੋਂ ਡਰੋ। ਫਿਰ ਇਸ ਤੋਂ ਬਾਅਦ ਤੁਸੀਂ ਆਪਣੇ ਵਾਅਦੇ ਤੋਂ ਮੁਕਰ ਗਏ। ਬਸ ਜੇ ਰੱਬ ਦਾ ਕਰਮ ਤੇ ਮਿਹਰਬਾਨੀ ਨਾ ਹੁੰਦੀ ਤੇ ਤੁਸੀਂ ਨੁਕਸਾਨ ਚੁੱਕਣ ਵਾਲਿਆਂ ਵਿੱਚੋਂ ਹੁੰਦੇ। ਤੇ ਯਕੀਨ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਜਾਣ ਗਏ ਹੋ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਹਫ਼ਤੇ ਦੇ ਹੁਕਮ ਵਿੱਚ ਜ਼ਿਆਦਤੀ ਕੀਤੀ ਤੇ ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਲੋਕ ਲਾਂਤੀ ਬਾਂਦਰ ਹੋ ਜਾਓ। ਬਸ ਅਸੀਂ ਇਸ ਮਾਜਰੇ ਨੂੰ ਇਸ ਦੌਰ ਲਈ ਤੇ ਆਉਣ ਵਾਲੇ ਦੌਰ ਲਈ ਇਬਰਤ ਬਣਾ ਦਿੱਤਾ ਤੇ ਰੱਬ ਤੋਂ ਡਰਨ ਵਾਲਿਆਂ ਲਈ ਨਸੀਹਤ ਬਣਾ ਦਿੱਤਾ। ਤੇ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਰੱਬ ਤੁਹਾਨੂੰ ਇਸ ਗੱਲ ਦਾ ਹੁਕਮ ਦੇ ਰਿਹਾ ਹੈ ਕਿ ਇੱਕ ਗਾਂ ਹਲਾਲ ਕਰੋ, ਉਹਨਾਂ ਨੇ ਆਖਿਆ ਕੀ ਤੁਸੀਂ ਸਾਡਾ ਮਾਹੌਲ ਉਡਾਣ ਰਹੇ ਹੋ? ਮੂਸਾ ਨੇ ਆਖਿਆ ਕਿ ਮੈਂ ਬੇਇਲਮ ਹੋਣ ਤੋਂ ਰੱਬ ਦੀ ਪਨਾਹ ਚਾਹਨਾ ਹਾਂ। ਉਹਨਾਂ ਨੇ ਆਖਿਆ ਕਿ ਤੁਸੀਂ ਸਾਡੇ ਲਈ ਆਪਣੇ ਰੱਬ ਤੋਂ ਦੁਆ ਮੰਗੋ ਤਾਂ ਕਿ ਉਹ ਸਾਫ਼ ਦੱਸੇ ਕਿ ਉਹ ਕਿਹੋ ਜਿਹੀ ਹੋਵੇ। ਮੂਸਾ ਨੇ ਆਖਿਆ ਕਿ ਰੱਬ ਕਹਿੰਦਾ ਹੈ ਕਿ ਉਹ ਗਾਂ ਨਾ ਬੁੱਢੀ ਹੋਵੇ ਨਾ ਛੋਟੀ, ਬਲਕਿ ਵਿਚਲੀ ਉਮਰ ਦੀ ਹੋਵੇ। ਬਸ ਜੋ ਹੁਕਮ ਤੁਹਾਨੂੰ ਦਿੱਤਾ ਗਿਆ ਹੈ ਉਹ ਕਰੋ। ਉਹਨਾਂ ਨੇ ਆਖਿਆ ਕਿ ਤੁਸੀਂ ਆਪਣੇ ਰੱਬ ਤੋਂ ਸਾਡੇ ਲਈ ਦੁਆ ਕਰੋ ਕਿ ਉਹ ਸਾਫ਼ ਦੱਸੇ ਕਿ ਉਹਦਾ ਰੰਗ ਕਿਹੋ ਜਿਹਾ ਹੋਵੇ। ਮੂਸਾ ਨੇ ਆਖਿਆ ਕਿ ਰੱਬ ਫਰਮਾਂਦਾ ਹੈ ਕਿ ਉਹ ਗਾਂ ਪੀਲੇ ਰੰਗ ਦੀ ਹੋਵੇ, ਉਹਦਾ ਰੰਗ ਇੰਨਾ ਸੋਹਣਾ ਹੋਵੇ ਕਿ ਵੇਖਣ ਵਾਲਿਆਂ ਨੂੰ ਖੁਸ਼ ਕਰ ਦੇਵੇ। ਉਹਨਾਂ ਨੇ ਆਖਿਆ ਕਿ ਆਪਣੇ ਰੱਬ ਤੋਂ ਸਾਡੇ ਲਈ ਦੁਆ ਕਰੋ ਕਿ ਸਾਫ਼ ਦੱਸੇ ਕਿ ਉਹ ਕਿਹੋ ਜਿਹੀ ਹੋਵੇ। ਬਿਲਾ ਸ਼ੱਕ ਸਾਨੂੰ ਇਹੋ ਜਿਹੀ ਗਾਂ ਬਾਰੇ ਸ਼ੱਕ ਹੈ ਤੇ ਅਸੀਂ ਇਨਸ਼ਾਅੱਲਾ ਉਹਨੂੰ ਜ਼ਰੂਰ ਹਾਸਲ ਕਰਾਂਗੇ। ਮੂਸਾ ਨੇ ਆਖਿਆ ਰੱਬ ਫਰਮਾਂਦਾ ਹੈ ਕਿ ਉਹ ਗਾਂ ਕੰਮ ਕਰਨ ਵਾਲੀ ਨਾ ਹੋਵੇ, ਜਿਹੜੀ ਜ਼ਮੀਨ ਬਾਂਦੀ ਹੋਵੇ ਜਾਂ ਪਹਿਲੀਆਂ ਵਿੱਚ ਪਾਣੀ ਲਾਂਦੀ ਹੋਵੇ, ਸਿਹਤਮੰਦ ਹੋਵੇ, ਉਹਦੇ ਵਿੱਚ ਕੋਈ ਖਰਾਬੀ ਜਾਂ ਦਾਗ ਨਾ ਹੋਵੇ। ਉਹ ਲੋਕੀ ਕਹਿਣ ਲੱਗੇ ਕਿ ਹੁਣ ਤੁਸੀਂ ਠੀਕ ਗੱਲ ਦੱਸੀਏ। ਬਸ ਉਹਨਾਂ ਨੇ ਗਾਂ ਹਲਾਲ ਕੀਤੀ ਤੇ ਉਮੀਦ ਨਹੀਂ ਸੀ ਕਿ ਉਹ ਇਹ ਕਰ ਲੈਣਗੇ। ਤੇ ਜਦੋਂ ਤੁਸੀਂ ਇੱਕ ਬੰਦੇ ਨੂੰ ਕਤਲ ਕੀਤਾ ਫਿਰ ਉਹਦੇ ਬਾਰੇ ਇੱਕ ਦੂਜੇ ਦੇ ਖਿਲਾਫ ਹੋ ਗਏ ਤੇ ਰੱਬ ਦਿਖਾਣ ਵਾਲਾ ਸੀ ਜਿਹਨੂੰ ਤੁਸੀਂ ਲੁਕਾ ਰਹੇ ਸੋ। ਤੇ ਅਸੀਂ ਆਖਿਆ ਕਿ ਇਸ ਗਾਂ ਦਾ ਕੋਈ ਟੋਟਾ ਮੋਏ ਪਿੰਡੇ ਤੇ ਲਾਓ। ਰੱਬ ਇਸ ਤਰ੍ਹਾਂ ਮੋਇਆਂ ਨੂੰ ਜਿਉਂਦਾ ਕਰਦਾ ਹੈ ਤੇ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ ਕਿ ਤੁਸੀਂ ਸਮਝ ਜਾਓ। ਫਿਰ ਇਸ ਤੋਂ ਬਾਅਦ ਤੁਹਾਡੇ ਦਿਲ ਸਖਤ ਹੋ ਗਏ, ਬਸ ਉਹ ਪੱਥਰ ਵਾਂਗੂ ਨੇ ਜਾਂ ਇਸ ਤੋਂ ਵੀ ਸਖਤ। ਤੇ ਕੁਝ ਪੱਥਰ ਇਹੋ ਜਿਹੇ ਨੇ ਜਿਨ੍ਹਾਂ ਵਿੱਚੋਂ ਨਹਿਰਾਂ ਨਿਕਲਦੀਆਂ ਨੇ ਤੇ ਕੁਝ ਇਹੋ ਜਿਹੇ ਨੇ ਜਿਹੜੇ ਪਾੜ ਜਾਂਦੇ ਨੇ, ਫਿਰ ਇਹਨਾਂ ਵਿੱਚੋਂ ਪਾਣੀ ਨਿਕਲ ਆਉਂਦਾ ਹੈ। ਤੇ ਕੁਝ ਇਹੋ ਜਿਹੇ ਨੇ ਜਿਹੜੇ ਰੱਬ ਦੇ ਖੌਫ ਤੋਂ ਡਿੱਗ ਪੈਂਦੇ ਨੇ ਤੇ ਰੱਬ ਤੁਹਾਡੇ ਕੰਮਾਂ ਤੋਂ ਗਾਫਿਲ ਨਹੀਂ। ਕੀ ਤੁਸੀਂ ਉਮੀਦ ਰੱਖਦੇ ਹੋ ਕਿ ਇਹ ਲੋਕੀ ਤੁਹਾਡੇ ਲਈ ਈਮਾਨ ਲਿਆਣਗੇ? ਹਾਲਾਂ ਇਹਨਾਂ ਵਿੱਚੋਂ ਇੱਕ ਜੱਥਾ ਰੱਬ ਦਾ ਕਲਾਮ ਸੁਣਦਾ ਸੀ, ਫਿਰ ਇਹਨੂੰ ਸਮਝਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਇਹਨੂੰ ਬਦਲ ਲੈਂਦਾ ਸੀ। ਤੇ ਇਹ ਲੋਕੀ ਜਦੋਂ ਮੁਸਲਮਾਨਾਂ ਨੂੰ ਮਿਲਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਈਮਾਨ ਲੈ ਆਏ, ਤੇ ਜਦੋਂ ਇੱਕ ਦੂਜੇ ਨਾਲ ਇਕੱਲੇ ਮਿਲਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਉਹ ਗੱਲਾਂ ਦੱਸ ਦਿੰਦੇ ਹੋ ਜਿਹੜੀਆਂ ਰੱਬ ਨੇ ਤੁਹਾਨੂੰ ਦੱਸੀਆਂ ਨੇ, ਤਾਂ ਕਿ ਉਹ ਰੱਬ ਦੇ ਹਜ਼ੂਰ ਇਹਨਾਂ ਨੂੰ ਵਜ੍ਹਾ ਬਣਾ ਕੇ ਤੁਹਾਡੇ ਨਾਲ ਝਗੜ ਪੈਣ। ਕੀ ਤੁਸੀਂ ਨਹੀਂ ਸਮਝਦੇ? ਕੀ ਇਹ ਲੋਕੀ ਜਾਣਦੇ ਨਹੀਂ ਕਿ ਉਹ ਰੱਬ ਸਭ ਕੁਝ ਜਾਣਦਾ ਹੈ, ਜੋ ਕੁਝ ਉਹ ਲੁਕਾਉਂਦੇ ਨੇ ਤੇ ਜੋ ਕੁਝ ਵਿਖਾਉਂਦੇ ਨੇ? ਤੇ ਇਹਨਾਂ ਵਿੱਚੋਂ ਕੁਝ ਲੋਕੀ ਅਨਪੜ੍ਹ ਨੇ ਜਿਹੜੇ ਬੇਕਾਰ ਖਾਸ਼ਾਂ ਦੇ ਸਿਵਾ ਰੱਬ ਦੀ ਕਿਤਾਬ ਵਿੱਚੋਂ ਕੁਝ ਨਹੀਂ ਜਾਣਦੇ ਤੇ ਉਹ ਸਿਰਫ ਖਿਆਲਾਂ ਵਿੱਚ ਰਹਿੰਦੇ ਨੇ। ਬਸ ਖਰਾਬੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਹੱਥ ਨਾਲ ਕਿਤਾਬ ਲਿਖਦੇ ਨੇ, ਫਿਰ ਕਹਿੰਦੇ ਨੇ ਕਿ ਇਹ ਰੱਬ ਵੱਲੋਂ ਹੈ ਤਾਂ ਕਿ ਇਹਦੇ ਬਦਲੇ ਮਾਲ ਹਾਸਲ ਕਰਨ, ਪਰ ਇਹਨਾਂ ਲਈ ਖਰਾਬੀ ਹੈ ਆਪਣੇ ਹੱਥ ਨਾਲ ਲਿਖੀ ਹੋਈ ਕਿਤਾਬ ਦੇ ਸਬਬ। ਇਹਨਾਂ ਲਈ ਖਰਾਬੀ ਹੈ ਇਹਨਾਂ ਦੀ ਕਮਾਈ ਦੇ ਸਬਬ। ਤੇ ਉਹਨਾਂ ਨੇ ਆਖਿਆ ਕਿ ਅਗ ਸਾਨੂੰ ਕੁਝ ਦਿਨਾਂ ਤੋਂ ਵੱਧ ਨਹੀਂ ਲੱਗ ਸਕਦੀ। ਤੁਸੀਂ ਇਹਨਾਂ ਨੂੰ ਆਖਦੇ ਹੋ ਕਿ ਕੀ ਤੁਸੀਂ ਰੱਬ ਤੋਂ ਕੋਈ ਵਾਅਦਾ ਲਿੱਤਾ ਹੈ ਕਿ ਰੱਬ ਉਸ ਵਾਅਦੇ ਤੋਂ ਨਹੀਂ ਫਿਰੇਗਾ, ਜਾਂ ਤੁਸੀਂ ਰੱਬ ਬਾਰੇ ਉਹ ਕਹਿੰਦੇ ਹੋ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ